गुरु रू प्यारी साध संगत जी, वाहिगुरु जी का खालसा, वाहिगुरु जी की फतेह। जगत विच ऐसा कोई नहीं जिसनू अपने किसे ना किसे मित्र प्यारे साख संबंधी दा विछोड़ा ना देखना या झलना पए। हर एक वियोग विच हर कोई दुखी हुंदा है ते उस दुख विच दिलगीरी आ जाती है। सो भाई साहब भाई वीर सिंह जी ने अज दी लिखत विच माता सबराई जी का जिक्र किया है, जो रिश्ते विच साहिब श्री गुरु गोबिंद सिंह जी महाराज दे सस हन। उन्होंने 6 वियोग अपनी अखीं देखे ते किस तरह उन्हां दुखां दी दिलगीरी तो निकल के उच्च पदवी नूं पहुंचे, उसका वर्णन है। ये दुख वेले ये लिखत साड़ी बड़ी सहायता करेगी जी। सो आओ प्यार नाल सरवण करन दी कोशिश करिए जी। 7 औखियां रातां। शुरुआत विच भाई साहब जी ने इस लिखत लिखण तो पहला अपने विचार प्रगट किए हैं। बिनय मुदत होई तां ये लेख 7 औखियां रातां खालसा समाचार विच छपिया सी। श्री गुरु गोबिंद सिंह जी दी महान उच्च आत्मा सुपत्नी श्री माता जीतो जी दी माता सबराई दा इस विच जिक्र है, जिस परमारथ दी प्यारी ने 6 वियोग अपने तो पहले देखे ते 7वां अपना प्याना देखिया। गुरमुखताई विच चलिया ते उच्चे पद ते उच्ची होई। जगत विच पूर्ण सुखी कोई नहीं ते ऐसा कोई नहीं कि जिसनू अपने किसे ना किसे मित्र प्यारे साख संबंधी दा विछोड़ा ना देखना झलना पए। हरेक वियोग विच हर कोई दुखी हुंदा है ते उस वेले कखी पलाही हथ पाउंदा है कि किवें ओ शोक सागर विचों तर निकले। पर मित्र प्यारे मुकाणे आए सब शोक नूं वधाउंदे हन ते दुख घटाउण दी किसे सोहणे तरीके नाल दिलजोई नहीं करदे। जे कोई खरड़ ज्ञानी आ जांदा है तां प्यार मुहब्बत ते दिली वलवले नूं उडा के खुश्क ज्ञान दियां गल्लां सुणाउंदा है। उस नाल जख्मी दिल मौलदा नहीं, सगों गुमरुठ जिहा पथराई शक्ल दा बनदा है। गुरु महाराज ने यह तरीका पसंद नहीं किया। किवें गुरु महाराज दे उपदेशां मुताबक ओ दुख दा समां बीते ते वियोगियां दे हिरदे वियोग अग्नि नाल दगद होणों बच जाण ते खरड़ ज्ञान नाल पथराए जाण तो भी बचण, सगों सुमार्ग पै के लोक परलोक सुहेले होण दे राहे पै जाण। ਇਹ ਗੁਰਮਤ ਸਾਰੀ ਇਸ ਛੋਟੇ ਜਿਹੇ ਲੇਖ ਵਿੱਚ ਸ੍ਰੀ ਮਾਤਾ ਸਬਰਾਈ ਜੀ ਦੇ ਵਿਯੋਗ ਗ੍ਰਸਤ ਹਿਰਦੇ ਦੇ ਭਾਵਾਂ ਵਿੱਚ ਦਰਸਾਈ ਹੈ। ਕਿਵੇਂ ਉਹਨਾਂ ਨੇ ਠੋਕਰ ਖਾਣੀ, ਪਿਆਰ ਵਿੱਚ ਦਰਵ ਕੇ ਉਦਾਸ ਹੋਣਾ, ਦਿਲਗੀਰੀ ਪੈਣੀ ਤੇ ਕਿਵੇਂ ਫਿਰ ਸਤਸੰਗ ਦੇ ਪ੍ਰਤਾਪ ਤੇ ਗੁਰਬਾਣੀ ਦੇ ਆਧਾਰ ਨਾਲ ਆਪਣੇ ਮਨ ਦਾ ਦਾਰੂ ਕਰਨਾ, ਉੱਚੇ ਖਿਆਲਾਂ ਤੇ ਪ੍ਰੇਮ ਭਾਵਾਂ ਦੇ ਨਾਲ ਸ਼ੁਕਰ ਤੇ ਸਿਦਕ ਦੇ ਉਪਦੇਸ਼ਾਂ ਨਾਲ ਉੱਚੇ ਉੱਠ ਜਾਣਾ। ਸ਼ੋਕ ਦੀ ਥਾਂ ਪਥਰਾਏ ਨਾ ਜਾਣਾ, ਸਗੋਂ ਉੱਚੇ ਵਲਵਲਿਆਂ ਵਿੱਚ ਉੱਠ ਕੇ ਸ਼ੋਕ ਦੇ ਸੇਕ ਨਾਲ ਪੰਗਰੇ ਦਿਲ ਵਿੱਚ ਵਾਹਿਗੁਰੂ ਨਾਮ ਤੇ ਵਾਹਿਗੁਰੂ ਪ੍ਰੇਮ ਦਾ ਅਕਸ ਤੇ ਨਕਸ਼ ਲੈ ਲੈਣਾ ਤੇ ਨਾਮੀ ਬਣ ਜਾਣਾ ਵਰਣਿਤ ਹੈ। ਇਸ ਖਿਆਲ ਤੇ ਕਿ ਹਰ ਇੱਕ ਘਰ ਵਿੱਚ ਕਦੇ ਨਾ ਕਦੇ ਇਸ ਉਪਦੇਸ਼ ਦੀ, ਇਸ ਗੁਰਮਤ ਸਹਾਰੇ ਦੀ ਲੋੜ ਪੈ ਜਾਂਦੀ ਹੈ। ਇਹ ਲੇਖ ਸੁਭਾਗ ਜੀ ਦਾ ਸੁਧਾਰ ਹਾਥੀ ਬਾਬਾ ਨੋਦ ਸਿੰਘ ਇਸ ਵਿੱਚ ਵੀ ਛਾਪ ਦਿੱਤਾ ਗਿਆ ਸੀ। ਇਸ ਲੇਖ ਨੂੰ ਅਨੇਕਾਂ ਸੱਜਣਾਂ ਨੇ ਸ਼ੋਕ ਨਿਵਰਤੀ ਤੇ ਗੁਰੂ ਪ੍ਰੇਮ ਵਿੱਚ ਪ੍ਰਵੇਸ਼ ਕਰਾਉਣ ਤੇ ਠੰਡਾ ਵਰਤਾਉਣ ਵਾਲਾ ਅੰਮ੍ਰਿਤ ਪ੍ਰਤੀਤ ਕੀਤਾ ਹੈ। ਇਸ ਤਰ੍ਹਾਂ ਇਨਸਾਨੀ ਦਿਲ ਪੀੜਾਂ ਨੂੰ ਹਰਨ ਲਈ ਇਹ ਨਿੱਕਾ ਜਿਹਾ ਲੇਖ ਕੰਮ ਆ ਰਿਹਾ ਹੈ। ਇਸ ਲਈ ਇਹ ਮੁੜ ਕੇ ਅਲੱਗ ਛਾਪਿਆ ਗਿਆ ਹੈ, ਜੋ ਲੋੜ ਵੇਲੇ ਦਿਲਾਂ ਨੂੰ ਕੁਝ ਸਹਾਰਾ ਦੇ ਸਕੇ। ਸਤੰਬਰ 1946 ਕਰਤਾ। आओ हुण इस लिखत की शुरुआत करिए। माता सबराई जी दियां 7 औखियां रातां। पहली रात। लाहौर दे धनाड़ सुभेखिया खतरी हरजस जी ते उन्हां दी सुपत्नी माई सबराई परमारथ दे खोजी जद श्री दशमेश जी दे दैवी दर्शन नाल अखीं सुख कलेजे ठंड वरता चुके, तद पहली सोच जो फुरी सो ए सी
ਕਿ ਇਸ ਵਾਹਿਗੁਰੂ ਦੀ ਜੋਤ ਨਾਲ, ਦਮਕ ਦੇ ਪਿਆਰੇ ਨਾਲ ਸਾਡਾ ਕੋਈ ਸਾਕਾਦਾਰੀ ਦਾ ਸੰਬੰਧ ਹੋ ਜਾਏ। ਪ੍ਰੇਮੀਆਂ ਦੇ ਪਿਆਰ ਕੁਝ ਅੱਡੋ ਅੱਡਰੇ ਢੰਗਾਂ ਦੇ ਹੁੰਦੇ ਹਨ। ਇਹਨਾਂ ਦੇ ਹਿਰਦੇ ਵਿੱਚ ਪ੍ਰੇਮ ਨੇ ਜਦ ਇਹ ਲਹਿਰ ਪੈਦਾ ਕੀਤੀ ਤਾਂ ਬੀਬੀ ਦੇ ਸਾਕ ਕਰਨੇ ਦਾ ਖਿਆਲ ਫੁਰ ਪਿਆ। ਫੁਰਨਾ ਹੁੰਦੇ ਸਾਰ ਮਨ ਦੇ ਮੰਡਲ ਵਿੱਚ ਇਹ ਸਾਕ ਕਰ ਵੀ ਲਿਆ। ਉਧਰ ਮਾਨਸਿਕ ਮੰਡਲਾਂ ਦੇ ਜਾਣੂ ਗੁਰੂ ਜੀ ਵੀ ਜਾਣ ਗਏ ਔਰ ਪ੍ਰੇਮ ਦੀ ਸਫਾਈ ਤੇ ਸੰਕਲਪ ਦੀ ਸਵੱਛਤਾ ਨੂੰ ਪਛਾਣ ਕੇ ਆਪ ਨੇ ਬਿਨੈ ਹੋਣੇ ਪਰ ਇਹ ਨਾਤਾ ਪ੍ਰਵਾਨ ਵੀ ਕਰ ਲਏ। ਪ੍ਰੇਮੀ ਤਾਂ ਪ੍ਰੇਮ ਦੇ ਬੱਦੇ ਕਹਿਣੋਂ ਝੱਕਦੇ ਸਨ ਕਿ ਮਤਾਂ ਪਿਆਰੇ ਨੂੰ ਇਹ ਬੇਅਦਬੀ ਨਾ ਸੁਖਾਵੇ, ਪਰ ਹੌਸਲਾ ਕਰਕੇ ਬੇਨਤੀ ਕਰ ਹੀ ਦਿੱਤੀ ਤੇ ਪ੍ਰਵਾਨ ਵੀ ਹੋ ਗਈ। ਜਦ ਵਿਆਹ ਦਾ ਵੇਲਾ ਆਇਆ ਤਾਂ ਜੰਝ ਲੈ ਕੇ ਲਾਹੌਰ ਜਾਣ ਤੋਂ ਗੁਰੂ ਜੀ ਨੇ ਸੰਕੋਚ ਕੀਤਾ। ਪ੍ਰੇਮੀਆਂ ਨੇ ਰਜ਼ਾ ਦੇ ਅੱਗੇ ਸੀਸ ਝੁਕਾ ਦਿੱਤਾ। ਸੀਸ ਝੁਕਦੇ ਹੀ ਕਿਰਪਾ ਦੇ ਭੰਡਾਰ ਸ੍ਰੀ ਗੁਰੂ ਜੀ ਆਖਣ ਲੱਗੇ ਕਿ ਤੁਹਾਡੀ ਖਾਤਰ ਇਹ ਪਹਾੜੀ ਧਰਤੀ ਵਿੱਚ ਇੱਕ ਲਾਹੌਰ ਬਣੇਗਾ ਔਰ ਉਸ ਲਾਹੌਰ ਵਿੱਚ ਅਸੀਂ ਆਵਾਂਗੇ। ਸੋ ਠੀਕ ਉਸੇ ਤਰ੍ਹਾਂ ਹੋਇਆ। ਉਸ ਪਰਬਤ ਧਾਰਾ ਦੇ ਵਿੱਚ ਗੁਰੂ ਕਾ ਲਾਹੌਰ ਬਣਾਇਆ ਗਿਆ। ਉੱਥੇ ਹੀ ਪ੍ਰੇਮੀਆਂ ਦੀ ਭਾਵਨਾ ਅਨੁਸਾਰ ਵਿਵਾਹ ਹੋਇਆ। ਆਦ ਗੁਰੂ ਜੀ ਨੇ ਰੱਬ ਤੋਂ ਭੁਲਾਉਣ ਵਾਲੀ ਲੋਕ ਰੀਤੀ ਤਿਆਗੀ ਸੀ। ਦੂਜੇ ਸਤਿਗੁਰੂ ਜੀ ਨੇ ਲੋਕ ਔਰ ਪ੍ਰਚਲਿਤ ਰੀਤੀ ਛੱਡ ਕੇ ਕੇਵਲ ਵਾਹਿਗੁਰੂ ਦੀ ਓਟ ਲੈ ਕੇ ਸੰਸਕਾਰ ਕਰਨ ਦੀ ਆਗਿਆ ਕੀਤੀ ਸੀ। ਤੀਸਰੇ ਸਤਿਗੁਰਾਂ ਨੇ ਲੰਗਰ ਦੀ ਅਟਕ ਤੋੜੀ ਤੇ ਵਿਆਹ ਲਈ ਤਾਂ ਆਨੰਦ ਉਚਾਰ ਕੇ ਵਿਆਹ ਦੀ ਰੀਤੀ ਵਾਹਿਗੁਰੂ ਓਟ ਤੇ ਆਸਰੇ ਵਾਲੀ ਬਣ ਦਿੱਤੀ ਸੀ। ਪਰ ਚੌਥੇ ਸਾਹਿਬਾਂ ਨੇ ਲਾਵਾਂ ਉਚਾਰ ਕੇ ਵਿਵਾਹ ਦੀ ਗੁਰਮਤ ਰੀਤੀ ਹੋਰ ਜ਼ੋਰ ਨਾਲ ਤੋੜ ਦਿੱਤੀ ਸੀ ਤੇ ਆਪਣੀ ਆਗਿਆ ਨਾਲ ਆਪਣੇ ਪਿਆਰਿਆਂ ਦੇ ਇਸ ਰੀਤੀ ਅਨੁਸਾਰ ਵਿਵਾਹ ਕਰਾਏ ਸੇ। ਅਕਬਰ ਤੱਕ ਸ਼ਿਕਾਇਤਾਂ ਹੋ ਚੁੱਕੀਆਂ ਸਨ ਕਿ ਇੱਕ ਨਵਾਂ ਮਤ ਨਵੇਂ ਤਰੀਕੇ ਦਾ ਤੁਰਿਆ ਹੈ, ਇਸ ਨੂੰ ਰੋਕਣਾ ਚਾਹੀਏ। ਪਰ ਅਕਬਰ ਇਹਨਾਂ ਦੀ ਚੜ੍ਹਦੀ ਕਲਾ ਤੇ ਰੱਬੀ ਜਿਉਂਦੇ ਪਿਆਰ ਤੋਂ ਜਾਣੂ ਹੋ ਕੇ ਸਗੋਂ ਆਪ ਸੱਚਾਈ ਤੇ ਸਫਾਈ ਨਾਲ ਸ਼ਰਧਾਵਾਨ ਹੋ ਚੁੱਕਾ ਸੀ। ਇਸ ਅਟਕ ਵਿੱਚੋਂ ਨਿਕਲ ਕੇ ਕਿਰਤਮ ਓਟਾਂ ਦੀਆਂ ਰੀਤਾਂ ਰਸਮਾਂ ਦੇ ਹੱਥੋਂ ਇਸ ਦੈਵੀ ਧਰਮ ਦਾ ਛੁਟਕਾਰਾ ਹੋ ਗਿਆ। ਉਹ ਪਰਮੇਸ਼ਰ ਦੇ ਆਸਰੇ ਵਾਲਾ ਸੰਸਕਾਰਾਂ ਦਾ ਤਰੀਕਾ, ਜਿਸ ਦੇ ਲਈ ਦਿਖਾਵੇ ਦੇ ਕਰਤਬਾਂ ਔਰ ਅਣਜਾਣਪੁਣੇ ਦੀਆਂ ਰਸਮਾਂ ਦੀ ਲੋੜ ਨਹੀਂ ਸੀ, ਜੋ ਮੁਕੰਮਲ ਸੁਸੱਖਿਅਤ ਔਰ ਵਿਦਿਆ ਤੇ ਪਰਮਾਰਥ ਦੇ ਚਾਨਣੇ ਨਾਲ ਉਜਲ ਸੀ, ਆਪਣੀ ਪਿਆਰੀ ਅਛੇੜ ਦੈਵੀ ਚਾਲ ਨਾਲ ਟੁਰ ਰਿਹਾ ਸੀ। 10ਵੇਂ ਸਤਿਗੁਰਾਂ ਦਾ ਆਨੰਦ ਵਿਵਾਹ ਵੀ ਹੋ ਗਿਆ ਤੇ ਗੁਰਮਤ ਦੇ ਅਸੂਲਾਂ ਮੁਜਬ ਇਹੋ ਜਾਣ ਪੈਂਦਾ ਹੈ ਕਿ ਉਸੇ ਤਰ੍ਹਾਂ ਆਨੰਦ ਕਾਰਜ ਹੋਇਆ। ਸਮਾਂ ਜੋ ਸਦਾ ਜਾਰੀ ਹੀ ਰਹਿੰਦਾ ਹੈ, ਲੰਘਦਾ ਗਿਆ। ਅਨੇਕਾਂ ਖਖੇੜੇ ਬਖੇੜੇ ਸੰਸਾਰ ਉੱਤੇ ਸਮੇਂ ਦੇ ਪ੍ਰਵਾਹ ਵਿੱਚ ਨਦੀ ਧਾਰਾਂ ਦੇ ਕੱਖਾਂ ਵਾਂਗ ਆਏ ਤੇ ਲੰਘ ਗਏ। ਸਭਰਾਈ ਆਪਣੇ ਲਾਹੌਰ ਦੇ ਘਰ ਵਿੱਚ ਅਡੋਲ ਦਿਨ ਕੱਢਦੀ ਰਹੀ। ਉਸ ਦੇ ਜੀਵਨ ਵਿੱਚ ਸੰਸਾਰ ਦੇ ਕਿਸੇ ਹੇਰ ਫੇਰ ਨੇ ਛਾਪਾ ਮਾਰੀ ਨਹੀਂ ਕੀਤੀ ਸੀ, ਪਰ ਅਨੰਦਪੁਰ ਦੇ 22 ਧਾਰ ਪਹਾੜੀ ਰਾਜਿਆਂ ਨਾਲ ਗੁਰੂ ਸਾਹਿਬਾਂ ਦੇ ਜੰਗ ਜਦਲ ਦੀਆਂ ਸੋਹਾਂ ਕਦੇ ਕਦੇ ਪਹੁੰਚ ਕੇ ਵੋਟੀ ਗੱਭਰੂ ਦੋਹਾਂ ਦੇ ਚਿੱਤ ਨੂੰ ਚਿੰਤਾ ਦੀ ਡੋਲਨੀ ਬੇੜੀ ਤੇ ਚਾੜ ਜਾਂਦੀਆਂ ਸਨ। ਪਰ ਮਗਰੋਂ ਜਿੱਤ ਤੇ ਫਤਿਹ ਦੀਆਂ ਸੋਹਾਂ ਆ ਕੇ ਅਕਸਰ ਚਿੰਤਾ ਤੋਂ ਪਾਰ ਕਰਕੇ ਆਨੰਦ ਦੇ ਕਿਨਾਰੇ ਲਗਾ ਦਿੰਦੀਆਂ ਸਨ। ਸਭਰਾਈ ਦਾ ਇਹ ਅਡੋਲ ਜੀਵਨ ਇੱਕ ਭਾਰੇ ਤੂਫਾਨ ਦਾ ਸਾਹਮਣਾ ਕਰਨ ਵਾਲਾ ਸੀ, ਜੋ ਸਮੇਂ ਨੇ ਆਪਣੇ ਪਰਦੇ ਵਿੱਚ ਅਜੇ ਲੁਕਾਇਆ ਹੋਇਆ ਸੀ ਔਰ ਜਿਸ ਦੇ ਕਦੇ ਪ੍ਰਗਟ ਹੋ ਪੈਣ ਦਾ ਸਭਰਾਈ ਨੂੰ ਖਿਆਲ ਤੀਕ ਵੀ ਨਹੀਂ ਸੀ। ਉਸ ਦੇ ਦਿਲ ਦੀ ਖਿੱਚ ਸਪੁੱਤਰੀ ਵੱਲ, ਸਪੁੱਤਰੀ ਦੀ ਸਰਤਾਜ ਦੀਨਾਨਾਥ ਦੇ ਸ਼ਰਨਪਾਲ ਚਰਨਾਂ ਵੱਲ ਅਤੇ ਉਸ ਕਵਲ ਨੈਣ ਦੇ ਨੈਣ ਦੁਲਾਰਿਆਂ ਵੱਲ ਲੱਗੀ ਰਹਿੰਦੀ ਸੀ। ਇਹ ਖਿੱਚ ਨਿਰੀ ਉਹ ਖਿੱਚ ਨਹੀਂ ਸੀ ਜੋ ਸਾਕਾਂ ਨੂੰ ਸਾਕਾਂ ਵੱਲ ਹੁੰਦੀ ਹੈ, ਪਰ ਇਸ ਵਿੱਚ ਸ਼ਰਧਾ, ਸਿਦਕ ਤੇ ਆਤਮ ਭਾਵਨਾ ਭਰੀ ਹੋਈ ਸੀ। ਇਸ ਖਿੱਚ ਵਿੱਚ ਸੰਸਾਰੀ ਮੋਹ ਦਾ ਹਿੱਸਾ ਸੀ, ਪਰ ਘੱਟ। ਹਾਂ, ਪਰਮਾਰਥੀ ਪ੍ਰੇਮ ਦਾ ਹਿੱਸਾ ਬਹੁਤ ਸੀ। ਇਸ ਬਹੁਲਤਾ ਕਰਕੇ ਉਸ ਦੇ ਅੰਦਰ ਇੱਕ ਅਚਰਜ ਤਰ੍ਹਾਂ ਦਾ ਆਨੰਦ ਬੱਝਾ ਰਹਿੰਦਾ ਸੀ। ਇਹ ਖਿੱਚ ਭੁਲਾਵੇ ਤੇ ਘਬਰਾ ਵਾਲੀ ਨਹੀਂ ਸੀ, ਜੋ ਉਸ ਤੋਂ ਆਪਣੇ ਘਰ ਦੇ ਕੰਮਕਾਜ ਤੇ ਹੋਰਨਾਂ ਸਾਕਾਂ ਸੰਬੰਧਾਂ ਨੂੰ ਛੁਡਾ ਦਿੰਦੀ। ਸਭਰਾਈ ਸਾਰੇ ਕੰਮਕਾਜ ਕਰਦੀ, ਸਾਕਾਂ ਨਾਲ ਨਿਭਦੀ ਤੇ ਪਤੀ ਬ੍ਰਤ ਧਰਮ ਪੂਰਾ ਕਰਦੀ। ਫਿਰ ਉਸ ਆਨੰਦ ਦੇ ਰਸ ਵਿੱਚ ਰਤੀ ਰਹਿੰਦੀ ਸੀ।
ਜੋ ਉਸ ਨੂੰ ਆਪਣੀ ਧੀ ਦੇ ਦੈਵੀ ਪਰਿਵਾਰ ਨਾਲ ਪ੍ਰੇਮ ਤੋਂ ਆਉਂਦਾ ਸੀ। ਇਹ ਸਭ ਕੁਝ ਹੁੰਦਿਆਂ ਸਭਰਾਈ ਵਿੱਚ ਸੰਸਾਰ ਦੇ ਨਾ ਰਹਿਣ ਦਾ ਅਸਰ ਜੋ ਵੈਰਾਗ ਰੂਪ ਹੋ ਕੇ ਅੰਦਰ ਸਮਾ ਜਾਂਦਾ ਹੈ, ਘਟ ਆ ਰਿਹਾ ਸੀ। ਉਸ ਦੇ ਫੁਰਨੇ ਵਿੱਚ ਇਹ ਕਦੇ ਨਹੀਂ ਸੀ ਆਇਆ ਕਿ ਮੇਰੇ ਸੰਬੰਧੀ ਅਰ ਮੈਂ ਕਦੇ ਲਮੇਰੇ ਵਿਛੋੜੇ ਦਾ ਮੂੰਹ ਵੀ ਵੇਖ ਸਕਦੇ ਹਾਂ। ਸਗੋਂ ਜਦ ਕਦੀ ਉਸ ਦਾ ਜੀ ਜ਼ਰਾ ਵੀ ਬਿਰਹੋਂ ਦੀ ਪੀੜਾ ਪ੍ਰਤੀਤ ਕਰਨ ਲੱਗਦਾ ਸੀ, ਤਦੋਂ ਹੀ ਪਤੀ ਸਮੇਤ ਆਨੰਦਪੁਰ ਪਹੁੰਚ ਕੇ ਆਨੰਦ ਨਾਲ ਪੂਰਤੀ ਹੋ ਜਾਂਦੀ ਸੀ ਅਤੇ ਇਸ ਆਵਾਜਾਈ ਨੂੰ ਕਦੇ ਦੁਖਦਾਈ ਨਹੀਂ ਸਮਝਦੀ ਸੀ। ਪਤੀ ਵੀ ਗੁਰੂ ਚਰਨਾਂ ਦਾ ਭੋਰਾ ਤੇ ਪੂਰਾ ਸਤਸੰਗੀ ਸੀ। ਦੋਹਾਂ ਦਾ ਜੀਵਨ ਮਾਨੋ ਇੱਕ ਪਰਸਪਰ ਸਤਸੰਗ ਦਾ ਜੀਵਨ ਸੀ। ਇਸ ਤਰ੍ਹਾਂ ਸਮੇਂ ਨੇ ਅਡੋਲ ਸੁਖ ਦੀ ਅਡੋਲ ਬੇਫਿਕਰੀ ਦੀ ਉਮਰਾਂ ਚੋਖੀ ਲੰਘਾ ਦਿੱਤੀ। ਹੁਣ ਸਾਈਂ ਨੇ ਆਪਣੇ ਗੈਬ ਦੇ ਪਰਦੇ ਵਿੱਚੋਂ ਕੀ ਆ ਦਿਖਾਇਆ ਕਿ ਉਹ ਪਿਆਰਾ ਪਤੀ, ਦੁੱਖ ਸੁੱਖ ਦਾ ਸਹਾਰਾ, ਸਿਰ ਦਾ ਵਾਲੀ ਤੇ ਆਪਣੇ ਆਪ ਵਰਗਾ ਪਿਆਰਾ ਸਾਥੀ ਚੱਲ ਬਸਿਆ। ਸਭਰਾਈ ਵਿਧਵਾ ਹੋ ਗਈ। ਦਿਲ ਵਿੱਚ ਸਿੱਧਕ ਗੁਰੂ ਦਾ ਹੈ, ਬਾਣੀ ਦਾ ਆਸਰਾ ਵੀ ਹੈ, ਪਰ ਵਿਜੋਗ ਦੀ ਵਿਚਾਰ ਕਦੇ ਨਹੀਂ ਸੀ ਕੀਤੀ। ਸੱਟ ਅਚਾਨਕ ਜੋ ਆ ਕੇ ਪਈ, ਦਿਲ ਹੀ ਮਾਨੋ ਟੁੱਟ ਗਿਆ। ਖਿੜੀ ਹੋਈ ਧੁੱਪ ਨੂੰ ਜਿਸ ਤਰ੍ਹਾਂ ਘਾਟਾ ਦਾ ਟੋਪ ਛਾ ਕੇ ਲੁਕਾ ਦਿੰਦਾ ਹੈ, ਇਸ ਤਰ੍ਹਾਂ ਅੱਜ ਤੱਕ ਕਦੀ ਨਾ ਲੁਕੀ ਖੁਸ਼ੀ ਨੂੰ ਇਸ ਸਦਮੇ ਨੇ ਲੁਕਾ ਲਿਆ। ਸਤਸੰਗ ਦੀ ਸਹਾਇਤਾ ਮਾਈ ਦੀ ਸਹਾਈ ਸੀ, ਪਰ ਦਿਲ ਫਿਰ ਵੀ ਡੋਲਦਾ ਸੀ। ਪਤੀ ਦਾ ਸਵੇਰੇ ਚਲਾਣਾ ਹੋਇਆ, ਦੁਪਹਿਰੇ ਸੰਸਕਾਰ ਹੋਇਆ, ਸੰਧਿਆ ਨੂੰ ਭਾਈ ਬੰਦ ਬਿਰਾਦਰੀ ਵਿਦਾ ਹੋ ਕੇ ਘਰੋਂ ਕਰੀ ਜਾ ਸੁੱਤੇ। ਪੈਰ ਕੋ ਰਾਤ ਗਈ, ਸਤਸੰਗਣਾ ਵੀ ਵਿਦਾ ਹੋ ਗਈਆਂ। ਸਭਰਾਈ ਨੂੰ ਅੱਜ ਪਹਿਲੀ ਰਾਤ ਆਈ ਜਿਸ ਦਿਨ ਉਸਨੇ ਆਪਣੇ ਆਪ ਨੂੰ ਸੰਸਾਰ ਪਰ ਇਕੱਲਿਆ ਲਖਿਆ। ਅੱਜ ਇਕੱਲ ਦੇ ਦੁੱਖ ਵਾਲੀ ਪਹਿਲੀ ਰਾਤ ਆਈ। ਨਾਮ ਦਾ ਅਭਿਆਸ ਤਾਂ ਹੈ, ਪਰ ਬਿਰਤੀ ਦੀ ਪਰਪੱਕਤਾ ਤੋਂ ਸੱਟ ਜ਼ਰਾ ਵਧੇਰੇ ਲੱਗੀ ਹੈ। ਇਸ ਕਰਕੇ ਦਿਲ ਨੂੰ ਵਿਛੋੜੇ ਦਾ ਭਾਰ ਦਬਾਉਂਦਾ ਹੈ। ਘਰ ਵਿੱਚ ਚਾਰ ਚੁਫੇਰਿਓਂ ਇਕੱਲ ਖਾਣ ਨੂੰ ਆਉਂਦੀ ਹੈ। ਜਦ ਨਿਰਾਸ਼ਤਾ ਤੇ ਚਿੰਤਾ ਨੱਪਣ ਲੱਗਦੀਆਂ ਹਨ, ਤਦ ਬਾਣੀ ਦਾ ਭਾਵ ਆ ਕੇ ਸਹਾਇਤਾ ਕਰਦਾ ਹੈ। ਨਾਲ ਹੀ ਦਿਲ ਪੁੱਤਰੀ ਦੇ ਦੈਵੀ ਪਿਆਰ ਦੇ ਖਿਆਲ ਨੂੰ ਯਾਦ ਕਰਕੇ ਢਾਰਸ ਬਣਾਉਂਦਾ ਹੈ। ਫਿਰ ਇੱਕ ਹੋਰ ਪਾਪੀ ਖਿਆਲ ਆ ਕੇ ਦਿਲ ਨੂੰ ਡੇਗਣ ਦਾ ਯਤਨ ਕਰਦਾ ਹੈ। ਹਾਏ ਕਿਤੇ ਪਿਆਰੇ ਪਤੀ ਵਾਂਗੂ ਇਹ ਪਰਿਵਾਰ ਜਾਂ ਇਸ ਪਰਿਵਾਰ ਦਾ ਕੋਈ ਅੰਗ ਸੰਸਾਰ ਤੋਂ ਟੁੱਟ ਗਿਆ, ਤਦ ਕਿਸ ਆਸਰੇ ਜੀਵਨ ਹੋਵੇਗਾ। ਹੁਣ ਤਾਂ ਪਤੀ ਦੇ ਵਿਛੋੜੇ ਦੇ ਹਨੇਰੇ ਵਿੱਚ ਇਹ ਆਸਰਾ ਆ ਚਾਨਣਾ ਪਾਉਂਦਾ ਹੈ ਕਿ ਮੇਰਾ ਪਰਿਵਾਰ ਜੀਵੇ। ਪਰ ਜੇ ਹਾਏ ਇਸ ਪਰਿਵਾਰ ਵਿੱਚੋਂ ਕੋਈ ਵਿਛੜਿਆ ਤਦ ਕੀ ਹੋਊ। ਨਿਰਾਸ਼ਤਾ ਦੇ ਸਵੈਣ ਵਿੱਚੋਂ ਫਿਰ ਬਾਣੀ ਦਾ ਪਾਠ ਤੇ ਉਸ ਦਾ ਭਾਵ ਆ ਕੇ ਕੱਢਦੇ ਹਨ। ਕਹੇ, ਹਾਂ ਗੁਰੂ ਦੀ ਬਾਣੀ ਮੈਂ ਰੋਜ਼ ਪੜ੍ਹੀ ਤੇ ਸਮਝੀ ਵੀ, ਪਰ ਸਿਰ ਤੇ ਅੱਜ ਤੱਕ ਨਾ ਪਈ ਦੇ ਕਾਰਨ ਬਾਣੀ ਦੇ ਸਮਝੇ ਹੋਏ ਭਾਵ ਦਾ ਪਰਤਾਵਾ ਨਹੀਂ ਸੀ ਹੋਇਆ। ਹੁਣ ਪਰਤਾਵਾ ਆਇਆ ਹੈ। ਇਹ ਸੰਸਾਰ ਝੂਠਾ ਹੈ, ਪਰ ਅੱਜ ਹੱਡ ਵਰਤਿਆਂ ਪਤਾ ਲੱਗਾ ਹੈ। ਇਹ ਸੰਸਾਰ ਸਗਲ ਹੈ ਸੁਪਨੋਂ ਦੇਖ ਕਹਾਂ ਲੋਭਾਵੈ, ਜੋ ਉਪਜੈ ਸੋ ਸਗਲ ਬਿਨਾਸੈ, ਰਹਿ ਨ ਕੋ ਪਾਵੇ। ਜਦ ਬਾਣੀ ਦਾ ਭਾਵ ਤੇ ਸਤਸੰਗ ਦਾ ਉਪਦੇਸ਼ ਸਾਹਮਣੇ ਆ ਖੜੋਵੇ ਤਾਂ ਕਲੇਜੇ ਨੂੰ ਠੰਡ ਪੈ ਜਾਵੇ ਔਰ ਐਸੀ ਸ਼ਾਂਤੀ ਵਰਤੇ ਕਿ ਸਭਰਾਈ ਨੂੰ ਹੌਸਲਾ ਹੋ ਜਾਵੇ। ਇਉਂ ਜਾਪੇ ਕਿ ਬਸ ਚਿੰਤਾ ਦੇ ਬੱਦਲ ਉੱਡ ਗਏ ਹਨ ਔਰ ਸ਼ਾਂਤੀ ਦਾ ਚੰਦਰਮਾ ਚੜ੍ਹ ਪਿਆ ਹੈ। ਇਸ ਦਸ਼ਾ ਵਿੱਚ ਸਿਮਰਨ ਟੁਰ ਪਏ ਤੇ ਫਿਰ ਅੱਖ ਲੱਗ ਜਾਵੇ, ਪਰ ਕੁਝ ਚਿਰ ਮਗਰੋਂ ਨੀਂਦ ਖੁੱਲੇ ਤਾਂ ਕੀ ਦੇਖੇ ਕਿ ਫਿਰ ਘਬਰਾ ਪੈ ਰਿਹਾ ਹੈ। ਉਸੇ ਤਰ੍ਹਾਂ ਫਿਰ ਸੋਚਾਂ ਫੁਰਨ, ਫਿਰ ਗੁਰਬਾਣੀ ਦਾ ਆਸਰਾ ਆ ਕੇ ਖੁੱਬਣ ਤੋਂ ਕੱਢ ਲਾਵੇ। ਇਸ ਤਰ੍ਹਾਂ ਪਹਿਲੀ ਦੁੱਖ ਭਰੀ ਰਾਤ ਜੁਗਾਂ ਦੀ ਹੋ ਕੇ ਬੀਤ ਰਹੀ ਹੈ। ਜਿਸ ਦਿਲ ਨੇ ਸੰਸਾਰ ਦੇ ਪਦਾਰਥ ਦੇ ਸੁੱਖ ਹੀ ਸੁੱਖ ਦੇਖੇ ਸੇ ਔਰ ਕਦੇ ਦ੍ਰਿਸ਼ਟਮਾਨ ਹੈ ਸਗਲ ਮਿਥੇਨਾ ਦੇ ਭਾਵ ਦਾ ਪਰਤਾਵਾ ਨਹੀਂ ਚੱਲਿਆ ਸੀ, ਉਸ ਲਈ ਅਚਰਜ ਦੁਚਤਾਈ ਦਾ ਸਮਾਂ ਸੀ। ਪੋ ਫੁੱਟੀ ਨਹੀਂ ਸੀ ਕਿ ਸਭਰਾਈ ਦੇ ਬੂਹੇ ਨੂੰ ਕਿਸੇ ਨੇ ਖੜਕਾਇਆ। ਅੱਜ ਪਹਿਲੀ ਰਾਤ ਸੀ ਕਿ ਪਿਆਰੇ ਸਾਥੀ ਦੇ ਨਾ ਹੋਣ ਕਰਕੇ ਮਾਈ ਸਤਸੰਗ ਵਿੱਚ ਨਹੀਂ ਜਾ ਸਕੀ ਸੀ। ਆਸਾ ਦੀ ਵਾਰ ਦਾ ਦੀਵਾਨ ਧਰਮਸਾਲ ਵਿੱਚ ਲੱਗਾ ਹੋਇਆ ਸੀ, ਪਰ ਕਦੀ ਨਾਗਾ ਨਾ ਪਾਉਣ ਵਾਲੀ ਸਭਰਾਈ ਨਾ ਆਈ। ਜਿਸਨੇ ਕਦੇ ਕਲਿਆਂ ਪੈਰ ਬਾਹਰ ਨਹੀਂ ਸੀ ਪਾਇਆ, ਉਸਦੇ ਪਿਆਰੇ ਦਾ ਪੈਖੜ ਸੁਣ ਕੇ ਆਸਰੇ ਨਾਲ ਤੁਰਨ ਵਾਲੇ ਸਤਸੰਗ ਦੇ ਰਸਤੇ ਦੇ ਪੰਧਾਊ ਪੈਰ ਅੱਜ ਸੰਗ ਦੇ ਤੇ ਰੋਗ ਦੇ ਸੰਗਲਾਂ ਨਾਲ ਜਕੜੇ ਤੇ ਦੁਚਤਾਈ ਦੀ ਜਿਲਣ ਵਿੱਚ ਫਸਦੇ ਨਿਕਲਦੇ ਪੈਰ ਆਪਣੇ ਹੀ ਬਿਸਤਰੇ ਨਾਲ ਰਗੜੀਂਦੇ ਰਹੇ ਹਨ।
ਪਰ ਸਤਸੰਗ ਦਾ ਬਿਰਧ ਪਤਿਤ ਪਾਵਨ ਤੇ ਭਗਤ ਵਛਲ ਹੈ। ਸਤਸੰਗੀ ਜਾਣਦੇ ਹਨ ਕਿ ਸੰਸਾਰ ਦੇ ਦੁੱਖ ਜਦ ਪੈਂਦੇ ਹਨ ਤਾਂ ਕੀ ਹਾਲ ਕਰਦੇ ਹਨ। ਕੇਵਲ ਪੜ੍ਹੇ ਹੋਏ ਜਾਂ ਨਿਰੀ ਕਥਾ ਕਰਨ ਵਾਲੇ ਜਾਂ ਲੋਕਾਂ ਲਈ ਪਰਮਾਰਥ ਦੇ ਰੱਸੇ ਵੱਟਣ ਵਾਲੇ ਇਹਨਾਂ ਅਵਸਥਾ ਨੂੰ ਸਮਝ ਨਹੀਂ ਸਕਦੇ। ਇਹ ਗੱਲਾਂ ਉਹੀ ਸਮਝਦੇ ਹਨ ਜਿਨ੍ਹਾਂ ਨੇ ਸੱਚਮੁੱਚ ਧਰਮ ਦਾ ਜੀਵਨ ਜੀਵਿਆ ਹੈ। ਦੂਰ ਖੜੋਤੇ ਪੰਡਤ ਤੇ ਉਪਦੇਸ਼ਕ ਕੇਵਲ ਇਹ ਕਹਿ ਸਕਦੇ ਹਨ ਕਿ ਨਿਸ਼ਚਾ ਪ੍ਰੇਮ ਸਿੱਧਕ ਕੀ ਆਖ ਤੇ ਘਬਰਾ ਕੀ ਆਖ, ਪਰ ਪਰਮਾਰਥ ਦੀਆਂ ਮੰਜ਼ਲਾਂ ਦੇ ਤੁਰਨ ਵਾਲੇ ਅਧਿਕਾਰ ਤੇ ਦਸ਼ਾ ਨੂੰ ਪਛਾਣਦੇ ਹਨ। ਇਹ ਸਾਰੇ ਲਹਾਵ ਚੜਾਓ, ਪਹਾੜ ਦੇ ਪਹਾੜ ਪੈਂਡੇ ਕੱਟਣੇ, ਚੜ ਜਾਣਾ ਤੇ ਫਿਰ ਉਤਰਨਾ, ਫਿਰ ਉਚਾਈ ਤੇ ਫਿਰ ਉਤਰਾਈਆਂ ਦੇ ਵੱਲ ਫੇਰ ਉਹਨਾਂ ਦੇ ਅੱਗੇ ਆਉਂਦੇ ਹਨ ਜੋ ਤੁਰਦੇ ਹਨ। ਜੋ ਆਚਰਣ ਤੋਂ ਡਿੱਗੇ ਜਾਂ ਅਨਭੋਲ ਦਸ਼ਾ ਵਿੱਚ ਖੜੋਤੇ ਜਾਂ ਫੋਕੀ ਪੰਡਤਾਈ ਵਿੱਚ ਖੜੇ ਹਨ, ਉਹ ਖਿਆਲ ਕਰਦੇ ਹਨ ਕਿ ਪਹਾੜ ਤੇ ਚੜੇ ਤਾਂ ਬਸ ਚੜਾਈ ਆਵੇਗੀ। ਘਾਟੀਆਂ, ਵਾਦੀਆਂ ਤੇ ਦੂਣਾ ਦੇ ਉਹ ਜਾਣੂ ਨਹੀਂ ਹੁੰਦੇ। ਇਸ ਕਰਕੇ ਨਿਰੇ ਨੁਕਸ ਹੀ ਛਾਣਦੇ ਹਨ। ਹਾਂ, ਰਾਹੇ ਤੁਰਨ ਵਾਲੇ ਸਤਸੰਗੀ ਸਮਝਦੇ ਹਨ ਕਿ ਸੁਰਤ ਕਿਕੋਂ ਪੱਕਦੀ ਹੈ। ਸਤਸੰਗੀਆਂ ਨੇ ਸਮਝਿਆ ਕਿ ਅੱਜ ਮਾਈ ਸਭਰਾਈ ਕਿਉਂ ਨਹੀਂ ਆਈ। ਉਧਰ ਪੋ ਫਟਣ ਲੱਗੀ ਸੀ, ਉਧਰ ਆਲਸੀਆਂ ਦੀਆਂ ਅੱਖਾਂ ਵਾਂਗੂ ਬੰਦ ਬੂਹਾ ਮਾਈ ਦੇ ਘਰ ਦਾ ਕਿਸੇ ਨੇ ਖੁੱਲਣ ਲਈ ਆ ਖੜਕਾਇਆ। ਮਾਈ ਵੀ ਜਾਣ ਗਈ ਕਿ ਇਸ ਇਕੱਲ ਦੇ ਬੰਦ ਦਾ ਸਹਾਈ, ਇਸ ਨਿਮਾਣੀ ਰਹਿ ਗਈ ਨੂੰ ਮਨ ਦੇ ਰੋੜ ਵਿੱਚੋਂ ਕੱਢਣ ਵਾਲਾ, ਇਸ ਚਿੰਤਾ ਦੇ ਘੁੰਮਣ ਘੇਰੇ ਵਿੱਚੋਂ ਚਿੱਤ ਨੂੰ ਪਾਰ ਕਰਨ ਵਾਲਾ ਸਤਸੰਗ ਤੋਂ ਬਿਨਾਂ ਕੌਣ ਹੋ ਸਕਦਾ ਹੈ। ਉੱਠੀ, ਅੱਖਾਂ ਅੱਗੇ ਹਨੇਰਾ ਆਇਆ, ਛੱਲੇ ਬਚ ਕੇ ਉੱਡੇ, ਪਰ ਪਤਾ ਨਹੀਂ ਕਿਵੇਂ ਦਿਲ ਦੇ ਡੂੰਘ ਵਿੱਚੋਂ ਇਹ ਤੁਕ ਸਾਰੇ ਪੜਦੇ ਪਾੜ ਕੇ ਉੱਠੀ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ। ਆਹਾ, ਉਮੀਦਾਂ ਦਾ ਸੂਰਜ ਚੜ ਪਿਆ। ਮਾਈ ਨੇ ਬੂਹਾ ਖੋਲਿਆ। 17 ਵਰਿਆਂ ਦੇ ਬਿਰਧ ਭਾਈ ਸੁਜਾਨ ਸਿੰਘ ਜੀ ਚਿੱਟੇ ਸਫੈਦ ਨੂਰ ਭਰੇ ਲੰਮੇ ਦਾੜੇ ਨਾਲ, ਉਜਲ ਰੂਪ ਤੇ ਗੁਰੂ ਪ੍ਰੇਮ ਨਾਲ ਉਜਲ ਰਿੱਧੇ ਵਾਲੇ ਨਜ਼ਰ ਪਏ। ਮਗਰ 2-4 ਹੋਰ ਮਾਈ ਭਾਈ ਵੀ ਖੜੇ ਸਨ। ਸਤਸੰਗ ਦਾ ਇਹ ਪਿਆਰ ਤੇ ਬਿਰਧ ਪਿਤਾ ਦੀ ਇਹ ਖੇਚਲ ਵੇਖ ਕੇ ਸ਼ੁਕਰ ਨੇ ਸਭਰਾਈ ਨੂੰ ਬੇਬਸ ਕਰ ਦਿੱਤਾ ਔਰ ਪੈਰਾਂ ਤੇ ਡਿੱਗ ਪਈ। ਬਿਰਧ ਨੇ ਸਿਰ ਸੰਭਾਲਦੇ ਹੋਏ ਕਿਹਾ, ਬੱਚੀ, ਰਜ਼ਾ ਵਾਹਿਗੁਰੂ ਦੀ। ਪਿਆਰਾ ਆਪਣੇ ਪਿਆਰਿਆਂ ਕੋਲ ਜਾ ਵਸਿਆ ਤੇ ਤੂੰ ਸਤਸੰਗ ਵਿੱਚ ਨਾਗਾ ਪਾਇਆ। ਅੱਜ ਤਾਂ ਨਾਗੇ ਦਾ ਦਿਨ ਨਹੀਂ ਸੀ, ਸਗੋਂ ਅੱਜ ਹੀ ਸੰਸਾਰ ਦੀ ਅਸਾਰਤਾ ਸਮਝ ਕੇ ਸਦਾ ਲਈ ਜੀ ਉੱਠਣ ਦਾ ਸਮਾਂ ਸੀ। ਬੇਟਾ, ਸਾਡੇ ਲਈ ਮੌਤ ਕੇਵਲ ਦਰਵਾਜ਼ਾ ਹੈ ਜਿਸ ਤੋਂ ਲੰਘ ਕੇ ਅਸੀਂ ਉੱਥੇ ਪਹੁੰਚਦੇ ਹਾਂ ਜਿੱਥੇ ਸਦਾ ਸੁੱਖ ਸਾਨੂੰ ਸਦਾ ਸਾਈਂ ਦੇ ਚਰਨਾਂ ਵਿੱਚ ਰੱਖਦਾ ਹੈ। ਮੌਤ ਕੋਈ ਭਿਆਨਕ ਦੁਖਦਾਈ ਸ਼ੈ ਨਹੀਂ, ਮੌਤ ਆਤਮਾ ਦਾ ਜਨਮ ਹੈ। ਆਓ ਬੇਟਾ, ਸਤਸੰਗ ਤੋਂ ਰੁਕਣਾ ਸਿੱਖੀ ਵਿੱਚ ਠੀਕ ਨਹੀਂ। ਅਸਾਂ ਵੀ ਸਾਰਿਆਂ ਉੱਥੇ ਹੀ ਜਾਣਾ ਹੈ, ਕੋਈ ਅਸਾਂ ਸਦਾ ਇੱਥੇ ਰਹਿਣਾ ਹੈ ਜੋ ਦੁੱਖ ਕਰੀਏ। ਇਹ ਪਿਆਰ ਦਾ ਉਪਦੇਸ਼ ਸੁਣ ਕੇ ਸਭਰਾਈ ਸ਼ੁਕਰ ਵਿੱਚ ਆਈ ਤੇ ਛੇਤੀ ਨਾਲ ਤਿਆਰ ਹੋ ਕੇ ਬਾਬਾ ਜੀ ਨਾਲ ਤੁਰ ਪਈ ਤੇ ਸਤਸੰਗ ਵਿੱਚ ਅਪੜੀ। ਅੱਜ ਮਾਰੂ ਦੇ ਪ੍ਰਮਾਣ ਤੇ 9ਵੇਂ ਸਤਿਗੁਰਾਂ ਦੀ ਬਾਣੀ ਦੇ ਵਾਕ ਗਾਵੇਂ ਜਾ ਰਹੇ ਸੀ। ਵਾਰ ਦੇ ਭੋਗ ਮਗਰੋਂ ਕਥਾ ਵੀ ਇਸੇ ਵਿਸ਼ੇ ਤੇ ਹੋਈ ਕਿ ਜੀਵਨ ਪਵਿੱਤਰ, ਉਪਕਾਰੀ ਤੇ ਪਰਮੇਸ਼ਰ ਦੀ ਯਾਦ ਵਾਲਾ ਹੋਵੇ। ਮੌਤ ਬੁਰੀ ਸ਼ੈ ਨਹੀਂ, ਆਤਮਾ ਦਾ ਜਨਮ ਹੈ। ਪਿਆਰਿਆਂ ਦਾ ਮਰਨਾ ਵਿਛੋੜਾ ਹੈ। ਵਿਛੋੜੇ ਵਿੱਚ ਪੀੜ ਤਾਂ ਹੈ, ਪਰ ਉਹ ਵਿਛੋੜਾ ਸਦਾ ਦਾ ਨਹੀਂ ਹੈ। ਸਾਡਾ ਸਰੂਪ ਹੈ ਹੋਂਦ, ਸਾਡਾ ਰੂਪ ਅਣਹੋਂਦ ਜਾਂ ਨਸ਼ਟ ਹੋਣਾ ਨਹੀਂ ਹੈ। ਹਾਂ, ਪਰ ਸਾਡਾ ਜੀਵਨ ਸਿਮਰਨ ਦਾ ਹੋਣਾ ਚਾਹੀਏ। ਸਭਰਾਈ ਦੇ ਆਤਮਾ ਵਿੱਚੋਂ ਸੰਸੇ, ਭੈ ਤੇ ਨਿਰਾਸ਼ਤਾ ਦੇ ਬਦਲਾਂ ਨੇ ਉਡਾਰੀ ਮਾਰੀ। ਬੀਬੀ ਦਾ ਮਨ ਸਿਮਰਨ ਵਿੱਚ ਰੌਂ ਬਣ ਟੁਰਿਆ। ਐਉਂ ਬੀਤੀ ਪਹਿਲੇ ਦੁੱਖ ਦੀ ਪਹਿਲੀ ਰਾਤ। ਸਤਸੰਗ ਦੇ ਪ੍ਰਤਾਪ ਨਾਲ ਮਾਈ ਦਾ ਸਿਮਰਨ ਫਿਰ ਅਡੋਲ ਹੋ ਗਿਆ। ਆਨੰਦਪੁਰ ਖਬਰ ਘੱਲ ਕੇ ਪੁੱਤਰੀ ਨੂੰ ਲਾਹੌਰ ਸੱਦ ਕੇ ਔਖ ਦੇਣ ਦੀ ਥਾਂ ਆਪ ਮਾਈ ਆਨੰਦਪੁਰ ਟੁਰ ਗਈ। ਸਤਸੰਗੀ ਸੱਜਣ ਵੀ ਕੁਝ ਨਾਲ ਟੁਰ ਪਏ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।